आपे तरस पयोई। तरस पया मेह रहमत होई। सतगुर सज्जन मिलया। नानक नाम मिलै तां जीवा। तन मन थीवै हरिया। आपे हर एक रंग है आपे बहुरंगी। जो तिस भावै नानका साई गल चंगी। सुकाओ टल गुर सेविय ऐनस सहज सुभाए। दर्शन परसिय गुरु कै जन्म मरण दुख जाए। होवै सिफत कसमधी नूर अरसों कुरसों चटिया। तुद डिठे सच्चे पातशाह मल जन्म जन्म दी कटिया। तुद डिठे सच्चे पातशाह मल जन्म जन्म दी कटिया। सतनाम श्री वाहिगुरु साहिब जीओ। आसा बाणी श्री रविदास जी की। एक ओंकार सतगुर प्रसाद। मृग मीन प्रिंग पतंग कुंचर एक दोख विनाश। पंच दोख असाध जाम ताकि केतक आस। माधो अविद्या हित कीना। विवेक दीप मलिना। मृग मीन प्रिंग पतंग कुंचर एक दोख विनाश। वाहिगुरु जी का खालसा वाहिगुरु जी की फतेह। वालिए कुल आलम सरवरे कायनात। जुगो जुग अटल पतत पावन सतगुरु गरीब नवाज। गुरु ग्रंथ साहिब पातशाह जियां दी पवित्र पावन हजूरी अंदर विराजमान हो रही गुरु की संगत आप संगतां ने सतगुरां दे दरबार अंदर सुशोभित हुंदिया होया सतगुरां दी गुरबाणी दे रस भिन्ने कीर्तन सरवण करके मिलिया होया समा मिले होए सवास गुरु रहमत नाल गुरु कृपा नाल सफले बनाए। इस वेले सतगुरु जी रहमत करके सानू गुरबाणी दी कथा विचार बख्शिश कर रहे ने जो आपां लगातार सरवण करते आ रहे हाँ। अज दी ये विचार 486 अंग दे उपर सतगुरु गुरु अर्जन साहब पातशाह महाराज जी शहीदां दे सरताज बाणी नूं रचनहार पातशाह भगतां दी रसना तो सानू उपदेश बख्शिश करके निहाल कर रहे ने। आओ कुछ समय वास्ते मन बिरतियां टकाइए गुरु चरणां अंदर बड़ी भावना नाल शरधा नाल प्रेम दे नाल सरवण करके लाहा प्राप्त करिए। मिल के आखिए जी सतनाम श्री वाहिगुरु साहिब जी। सतनाम श्री वाहिगुरु साहिब जीओ।
ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਗੁਰਮੁਖੋ, ਆਸਾ ਰਾਗ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਚੌਥੇ ਨੰਬਰ ਤੇ ਰਾਗ ਜਿਹੜਾ ਹੈ ਉਹ ਮਹਾਰਾਜ ਜੀਆਂ ਨੇ ਦਰਜ ਕੀਤਾ, ਲਿਖਿਆ ਹੈ। ਔਰ ਆਸਾ ਰਾਗ ਨੂੰ ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ। ਸੋ ਇਸ ਰਾਗ ਦੇ ਵਿੱਚ ਸਾਹਿਬ ਰਵਿਦਾਸ ਭਗਤ ਜੀ ਜਿਹੜੇ ਹੋਏ ਨੇ, ਸੋ ਉਹਨਾਂ ਦੀ ਬਾਣੀ ਜਿਹੜੀ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਇੱਥੇ ਲਿਖ ਰਹੇ ਹਨ। ਚਮਿਆਰ ਜਾਤੀ ਦੇ ਨਾਲ ਭਗਤ ਜੀ ਸੰਬੰਧ ਰੱਖਦੇ ਨੇ। 150 ਸਾਲ ਦੇ ਲਗਭਗ ਤਿੰਨਾਂ ਦੇ ਸਰੀਰ ਦੀ ਉਮਰਾ ਜਿਹੜੀ ਹੈ ਉਹ ਮਾਣੀ ਹੈ। ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਨੇ, ਜੋੜਿਆਂ ਨੂੰ ਗਣਦੇ ਨੇ ਔਰ ਨਾਲ ਨਾਲ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਬੰਦਗੀ ਕਰਦੇ ਨੇ। ਬੰਦਗੀ ਕਰਦਿਆਂ ਕਰਦਿਆਂ ਪਰਮਾਤਮਾ ਦੇ ਦਰ 'ਤੇ ਕਬੂਲ ਹੋਏ ਨੇ। ਸੋ ਐਸੇ ਮਹਾਂਪੁਰਖਾਂ ਦੀ ਬਾਣੀ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ ਹੈ, ਘਾਲਿਆ ਹੈ, ਕਮਾਈ ਕੀਤੀ ਹੈ, ਇਹ ਉਹਨਾਂ ਦੇ ਬਚਨ ਇੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਲਿਖਵਾ ਰਹੇ ਨੇ। ਭਗਤ ਰਵਿਦਾਸ ਜੀਆਂ ਦੀ ਇਹ ਬਾਣੀ ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਨਾਨਕ ਦੇ ਘਰ ਦੀ ਜੋ ਮਰਿਆਦਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲਾਚਰਨ ਕਰਦੇ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ। ਪਰਮਾਤਮਾ ਇੱਕ ਹੈ, ਗੁਰੂ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹ ਪਰਮਾਤਮਾ ਇਹਨਾਂ ਜੀਵਾਂ ਦੀ ਰੱਖਿਆ ਕਰਦਾ ਹੈ। ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਜੋ ਹਨ ਉਹ ਵਕਾਰਾਂ ਦਾ ਬਲ ਅਤੇ ਬੰਦੇ ਦੀ ਜਿਹੜੀ ਕਰਤੂਤ ਹੈ ਉਹਦਾ ਇੱਥੇ ਜ਼ਿਕਰ ਕਰ ਰਹੇ ਨੇ ਵੀ ਵਕਾਰਾਂ ਦੇ ਵਿੱਚ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਉਹਨਾਂ ਵਿੱਚ ਕਿੰਨਾ ਕੁ ਬਲ ਹੈ। ਸੋ ਕਹਿਣ ਲੱਗੇ ਇੱਥੇ 5 ਜੂਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਇਹਨਾਂ 5 ਜੂਨਾਂ ਨੂੰ ਇੱਕ ਇੱਕ ਵਕਾਰ ਨੇ ਨਸ਼ਟ ਕਰ ਦਿੱਤਾ ਹੈ। ਸਾਰਿਆਂ ਤੋਂ ਪਹਿਲਾਂ ਮ੍ਰਿਗ ਨਾਮ ਹਿਰਣੀ ਦਾ ਹੈ। ਜੰਗਲ ਵਿੱਚ ਰਹਿਣ ਵਾਲਾ ਜਿਹੜਾ ਹਿਰਨ ਹੈ ਨਾ, ਜਦੋਂ ਸ਼ਿਕਾਰੀ ਉਸ ਨੂੰ ਪਕੜਦੇ ਨੇ, ਘੰਡੇ ਹੇੜੇ ਦਾ ਸ਼ਬਦ ਜਿਹੜਾ ਹੈ ਉਸ ਨੂੰ ਵਜਾਇਆ ਜਾਂਦਾ ਹੈ। ਜਦੋਂ ਘੜੇ ਦੇ ਉੱਪਰ ਰੱਖ ਕੇ ਉਸ ਨੂੰ ਵਜਾਇਆ ਜਾਂਦਾ ਹੈ, ਉਹ ਜਿਹੜੀ ਆਵਾਜ਼ ਹੈ ਉਹ ਹਿਰਨ ਨੂੰ ਬੜੀ ਸੋਹਣੀ ਲੱਗਦੀ ਹੈ, ਮਨ ਨੂੰ ਮੋਹ ਲੈਂਦੀ ਹੈ। ਹਿਰਨ ਨੂੰ ਭੁੱਲ ਜਾਂਦਾ ਹੈ ਵੀ ਮੈਨੂੰ ਸ਼ਿਕਾਰੀ ਫੜ ਲਵੇਗਾ ਕਿ ਮਾਰ ਦੇਵੇਗਾ, ਇਹ ਗੱਲ ਹੀ ਭੁੱਲ ਜਾਂਦੀ ਹੈ। ਹਿਰਨ ਹੌਲੀ ਹੌਲੀ ਉਸ ਘੰਡੇ ਹੇੜੇ ਦੇ ਸ਼ਬਦ, ਜਿੱਥੋਂ ਆਵਾਜ਼ ਆ ਰਹੀ ਹੈ ਘੜੇ ਦੇ ਵਿੱਚੋਂ, ਉਹਦੇ ਨਾਲ ਆਪਣਾ ਕੰਨ ਆ ਕੇ ਲਾ ਦਿੰਦਾ ਅਤੇ ਫਿਰ ਉੱਥੇ ਹੀ ਬੈਠ ਜਾਂਦਾ ਅਤੇ ਸ਼ਿਕਾਰੀ ਆ ਕੇ ਉਸ ਨੂੰ ਪਕੜ ਲੈਂਦਾ ਹੈ। ਸੋ ਇੱਥੇ ਭਗਤ ਰਵਿਦਾਸ ਜੀ ਕਹਿ ਰਹੇ ਨੇ, ਕਹਿੰਦੇ ਵੀ ਹਿਰਨ ਨੂੰ ਇੱਕੋ ਹੀ ਰੋਗ ਹੈ, ਇਕੱਲਾ ਸੁਣਨ ਦਾ ਰੋਗ ਲੱਗਾ ਹੈ ਅਤੇ ਇਕੱਲੇ ਸੁਣਨ ਦੇ ਰੋਗ ਕਰਕੇ ਵਿਚਾਰਾ ਗ੍ਰਿਫਤਾਰ ਹੋ ਗਿਆ, ਪਿੰਜਰੇ ਵਿੱਚ ਪੈ ਗਿਆ ਜਾਂ ਉਸ ਦਾ ਕਤਲ ਕਰ ਦਿੱਤਾ ਗਿਆ। ਅਤੇ ਇਹ ਜਿਹੜਾ ਰੋਗ ਹੈ ਇਹ ਤਾਂ ਬੰਦੇ ਨੂੰ ਵੀ ਲੱਗਾ ਹੋਇਆ ਹੈ। ਜੋ ਅਸੀਂ ਇਹਨਾਂ ਕੰਨਾਂ ਦੇ ਨਾਲ ਗੰਦੇ ਮੰਦੇ ਗਾਣੇ ਸੁਣਦੇ ਹਾਂ, ਗੀਤ ਸੁਣਦੇ ਹਾਂ, ਗੰਦੀਆਂ ਮੰਦੀਆਂ ਮਾੜੀਆਂ ਗੱਲਾਂ ਸੁਣਦੇ ਹਾਂ, ਜੀਵਨ ਨੂੰ ਡੇਗਣ ਵਾਲੀਆਂ, ਜੀਵਨ ਨੂੰ ਗਰਕ ਕਰਨ ਵਾਲੀਆਂ। ਅਤੇ ਭਗਤ ਰਵਿਦਾਸ ਜੀ ਕਹਿੰਦੇ ਐ ਬੰਦਿਆ, ਜੇ ਉਹ ਘੰਡੇ ਹੇੜੇ ਦਾ ਸ਼ਬਦ ਸੁਣਿਆ ਹੈ ਹਿਰਨ ਨੇ ਅਤੇ ਉਹ ਗੁਲਾਮ ਬਣ ਗਿਆ, ਤੂੰ ਵੀ ਇਹਨਾਂ ਕੰਨਾਂ ਦੇ ਨਾਲ ਵਕਾਰਾਂ ਨੂੰ ਹਰ ਵੇਲੇ ਸੁਣਦਾ, ਵਕਾਰਾਂ ਨੂੰ ਪੈਦਾ ਕਰਨ ਵਾਲੀਆਂ ਗੱਲਾਂ ਸੁਣਦਾ, ਅਤੇ ਫਿਰ ਤੇਰਾ ਬਚਾਅ ਵੀ ਹੋਣਾ ਬਹੁਤ ਮੁਸ਼ਕਲ ਹੈ। ਤੂੰ ਵੀ ਬੱਧਾ ਜਾਵੇਂਗਾ ਜਮਾਂ ਦੇ ਕੋਲ, ਤੈਨੂੰ ਵੀ ਬੰਨ੍ਹ ਲੈਣਾ ਇਹਨਾਂ ਵਕਾਰਾਂ ਨੇ। ਇਹ ਇੱਕ ਉਦਾਹਰਨ ਦਿੱਤੀ ਹੈ। ਦੂਜਾ ਬਚਨ ਕਰਦੇ ਨੇ ਮੀਨ ਕਹਿੰਦੇ ਮੱਛੀ ਨੂੰ। ਸੋ ਕਹਿਣ ਲੱਗੇ ਮੱਛੀ ਨੂੰ ਵੀ ਗੁਰਮੁਖੋ ਇੱਕ ਰੋਗ ਲੱਗਾ ਹੋਇਆ ਹੈ। ਮੱਛੀ ਨੂੰ ਫੜਨ ਵਾਲਾ ਜਿਹੜਾ ਮਛੇਰਾ ਹੈ ਨਾ, ਕੁੰਡੀ ਦੇ ਨਾਲ ਇੱਕ ਗੁੰਡੋਇਆ ਲਾ ਕੇ, ਇੱਕ ਮਾਸ ਦਾ ਟੁਕੜਾ ਲਾ ਕੇ ਕੁੰਡੀ ਦੇ ਨਾਲ ਤੇ ਪਾਣੀ ਵਿੱਚ ਸੁੱਟ ਦਿੰਦਾ ਹੈ। ਅਤੇ ਜਦੋਂ ਮੱਛੀ ਦੀ ਨਿਗਾਹ ਪੈਂਦੀ ਹੈ ਨਾ, ਉਸ ਮਾਸ ਦੇ ਟੁਕੜੇ ਵੱਲ ਖਾਣ ਵਾਸਤੇ ਭੱਜੀ ਆਉਂਦੀ ਹੈ। ਅਤੇ ਜਦੋਂ ਉਸ ਟੁਕੜੇ ਨੂੰ ਮੂੰਹ ਵਿੱਚ ਪਾਉਣ ਵਾਸਤੇ ਮੂੰਹ ਖੋਲ੍ਹਦੀ ਹੈ ਅਤੇ ਉਹ ਕੁੰਡੀ ਜਿਹੜੀ ਹੈ ਉਹਦੇ ਸੰਘ ਦੇ ਵਿੱਚ, ਉਹਦੇ ਗਲ ਦੇ ਵਿੱਚ ਫਸ ਜਾਂਦੀ ਹੈ। ਆਈ ਤੇ ਟੁਕੜਾ ਖਾਣ ਵਾਸਤੇ ਸੀ ਜ਼ੁਬਾਨ ਦੇ ਸਵਾਦ ਕਰਕੇ, ਪਰ ਕਹਿਣ ਲੱਗੇ ਮੱਛੀ ਆਪ ਫਿਰ ਮੌਤ ਦਾ ਕਾਰਨ ਬਣ ਗਈ। ਮਛੇਰੇ ਨੇ ਕੁੰਡੀ ਤੋਂ ਫੜ ਕੇ ਤੇ ਮੱਛੀ ਨੂੰ ਪਾਣੀ ਤੋਂ ਬਾਹਰ ਕੱਢਿਆ, ਤੜਫ ਕੇ ਜਾਨ ਦਿੱਤੀ ਤੇ ਮਰ ਗਈ ਹੈ। ਇੱਥੇ ਭਗਤ ਜੀ ਕਹਿ ਰਹੇ ਨੇ, ਕਹਿੰਦੇ ਵੇਖ ਮੱਛੀ ਨੂੰ ਖਾਣ ਦਾ ਸਵਾਦ ਲੱਗਾ ਹੈ, ਉਸ ਨੂੰ ਆਪਣੀ ਜਾਨ ਦੇਣੀ ਪਈ ਹੈ
ਤੇ ਬੰਦਿਆ ਸਵਾਦ ਤੇ ਤੈਨੂੰ ਵੀ ਜ਼ੁਬਾਨ ਦਾ ਲੱਗਾ ਹੋਇਆ, ਤੂੰ ਵੀ ਇਸ ਜ਼ੁਬਾਨ ਦੇ ਸਵਾਦ ਬਦਲੇ ਪਤਾ ਨਹੀਂ ਕਿੰਨੇ ਕੁ ਪਦਾਰਥਾਂ ਨੂੰ ਖਾਂਦਾ ਜਾਂ ਕਿੰਨੇ ਕੁ ਪਦਾਰਥਾਂ ਨੂੰ ਖਾਣ ਦਾ ਯਤਨ ਕਰਦਾ, ਦੂਜਿਆਂ ਦਾ ਵੀ ਖੋਹ ਕੇ ਖਾ ਲੈਂਦਾ ਹੈ। ਤੈਨੂੰ ਇਹੋ ਜਿਹਾ ਜ਼ੁਬਾਨ ਦਾ ਸਵਾਦ ਲੱਗਾ ਹੋਇਆ। ਬਾਣੀ ਦਾ ਬਚਨ ਹੈ, ਆਖਾਦ ਆਖਾਦਿਅੰਗ ਅਸਾਜਿਅੰਗ ਸਾਜ ਸਮਝਿਆ। ਕਲਯੁਗ ਦੇ ਵਿੱਚ ਇਹੋ ਜਿਹੇ ਲੋਕ ਨੇ, ਆਖਾਦ ਜਿਹੜੀਆਂ ਵਸਤੂਆਂ ਨਹੀਂ ਖਾਣ ਵਾਲੀਆਂ, ਜਿਨ੍ਹਾਂ ਤੋਂ ਪਤਾ ਵੀ ਮੇਰਾ ਸਰੀਰ ਖਰਾਬ ਹੋ ਜਾਏਗਾ, ਬਿਮਾਰੀ ਲੱਗ ਜਾਏਗੀ, ਉਹਨਾਂ ਵਸਤੂਆਂ ਨੂੰ ਜਾਣ ਬੁੱਝ ਕੇ ਸੰਸਾਰ ਦੇ ਲੋਕ ਖਾਣਗੇ। ਇਹ ਕਲਯੁਗ ਦਾ ਸਮਾਂ ਹੈ। ਸੋ ਇੱਥੇ ਬਚਨ ਆ ਗਿਆ, ਕਹਿੰਦੇ ਆਖਾਦ ਆਖਾਦਿਅੰਗ, ਜਿਹੜੇ ਨਹੀਂ ਖਾਣੇ ਜਾਣ ਵਾਲੇ ਪਦਾਰਥ, ਉਹਨਾਂ ਨੂੰ ਵੀ ਇਹ ਜੀਵ ਖਾਂਦਾ ਹੈ। ਬੇਮੌਸਮੇ ਫਲ, ਬੇਮੌਸਮੀਆਂ ਵਸਤੂਆਂ ਬਿਨ ਮਰਿਆਦਾ ਤੋਂ ਬਣਾਈਆਂ ਹੋਈਆਂ, ਜਿਨ੍ਹਾਂ ਵਿੱਚ ਕੇਵਲ ਤੇ ਕੇਵਲ ਝੂਠ ਹੀ ਝੂਠ ਹੈ, ਇਹੋ ਜਿਹੇ ਭੋਜਨਾਂ ਨੂੰ ਛਕਦਾ ਹੈ। ਤੇ ਇੱਥੇ ਭਗਤ ਜੀ ਕਹਿ ਰਿਹਾ, ਕਹਿੰਦੇ ਮੀਨ ਜਿਹੜੀ ਮੱਛੀ ਹੈ ਨਾ ਗੁਰਮੁਖਾ, ਉਹਨੂੰ ਖਾਣ ਦਾ ਸਵਾਦ ਲੱਗਾ ਤੇ ਉਹਨੇ ਆਪਣੇ ਆਪ ਨੂੰ ਕਤਲ ਕਰਵਾ ਲਿਆ, ਮਰ ਗਈ ਹੈ। ਤੇ ਖਾਣ ਦਾ ਸਵਾਦ ਤੇ ਤੈਨੂੰ ਵੀ ਲੱਗਾ ਹੋਇਆ। ਮੱਛੀ ਨੂੰ ਇੱਕ ਰੋਗ ਲੱਗਾ, ਤੈਨੂੰ ਦੋ ਲੱਗ ਗਏ ਨੇ। ਕਿਹੜਾ ਰੋਗ? ਪਹਿਲਾ ਰੋਗ ਸੀ ਤੈਨੂੰ ਸੁਣਨ ਦਾ, ਦੂਜਾ ਰੋਗ ਹੈ ਤੈਨੂੰ ਖਾਣ ਦਾ। ਦੋ ਰੋਗ ਬੰਦੇ ਨੂੰ ਲੱਗ ਗਏ। ਤੀਜਾ ਬਚਨ ਉਹਨਾਂ ਨੇ ਕਰ ਦਿੱਤਾ, ਭ੍ਰਿੰਗ ਨਾਮ ਭੌਰੇ ਦਾ ਹੈ। ਭੌਰੇ ਨੂੰ ਗੁਰਮੁਖੋ ਸੁੰਘਣ ਦੀ ਆਦਤ ਪਈ ਹੋਈ ਹੈ, ਵੀ ਆਪਣੇ ਨੱਕ ਦੇ ਨਾਲ ਮੈਂ ਸੋਹਣੀ ਸੋਹਣੀ ਸੁਗੰਧੀ ਨੂੰ ਸੁੰਘਣਾ ਹੈ। ਦੂਰੋਂ ਦੌੜ ਕੇ ਆਉਂਦਾ, ਕਮਲ ਦੇ ਫੁੱਲ ਤੇ ਬੈਠਦਾ, ਉਹਦੇ ਮਕਰੰਦ ਰਸ ਨੂੰ ਸੁੰਘਦਾ ਹੈ, ਪਰ ਸੁੰਘਦਿਆਂ ਸੁੰਘਦਿਆਂ ਆਪਣਾ ਆਪ ਭੁੱਲ ਜਾਂਦਾ ਹੈ। ਇੱਧਰੋਂ ਸ਼ਾਮ ਪੈ ਜਾਂਦੀ, ਸੂਰਜ ਡੁੱਬ ਜਾਂਦਾ, ਅਸਤ ਹੋ ਜਾਂਦਾ, ਕਮਲ ਦਾ ਫੁੱਲ ਮੁਰਝਾ ਜਾਂਦਾ, ਬੰਦ ਹੋ ਜਾਂਦਾ। ਉਹ ਬੰਦ ਹੋਏ ਕਮਲ ਦੇ ਫੁੱਲ ਦੇ ਵਿੱਚ ਭੌਰਾ ਵੀ ਵਿੱਚੇ ਗ੍ਰਿਫਤਾਰ ਹੋ ਗਿਆ, ਬਾਹਰ ਨਹੀਂ ਨਿਕਲ ਸਕਿਆ। ਅਗਲੇ ਦਿਨ ਚੜ੍ਹਨ ਤੋਂ ਪਹਿਲਾਂ ਮਾਲੀ ਆਇਆ, ਉਹਨੇ ਕਮਲ ਦਾ ਫੁੱਲ ਕੱਟਿਆ ਅਤੇ ਤੇਲ ਕੱਢਣ ਵਾਸਤੇ ਮਸ਼ੀਨ ਵਿੱਚ ਪਾ ਦਿੱਤਾ। ਤੇ ਕਹਿਣ ਲੱਗੇ ਨਾਲ ਹੀ ਭੌਰੇ ਦਾ ਵੀ ਤੇਲ ਨਿਕਲ ਗਿਆ। ਵਿਚਾਰਾ ਆਇਆ ਤੇ ਸੁਗੰਧੀ ਲੈਣ ਵਾਸਤੇ ਸੀ, ਪਰ ਆਪਣੀ ਮੌਤ ਕਰਵਾ ਬੈਠਾ, ਮੌਤ ਦੇ ਮੂੰਹ ਵਿੱਚ ਪੈ ਗਿਆ, ਕਿਉਂਕਿ ਰੋਗ ਲੱਗਾ, ਉੱਡ ਨਹੀਂ ਸਕਿਆ, ਭੁੱਲ ਗਿਆ ਆਪਣਾ ਆਪ। ਤੇ ਸਤਿਗੁਰੂ ਕਹਿਣ ਲੱਗੇ, ਬੰਦਿਆ ਇਹ ਸੁੰਘਣ ਦਾ ਰੋਗ ਤੇ ਤੈਨੂੰ ਵੀ ਲੱਗਾ ਹੈ। ਬੜੇ ਬੜੇ ਅਤਰ ਫਲੈਲ, ਬੜੇ ਬੜੇ ਸੈਂਟ ਪਾ ਪਾ ਕੇ ਸਰੀਰ ਤੇ ਮਹਿਕਾਉਂਦਾ ਹੈ, ਮੇਰੇ ਕੋਲੋਂ ਬੜੀ ਚੰਗੀ ਸੁਗੰਧੀ ਆਉਂਦੀ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਇਸ ਰੋਗ ਨੇ ਖਤਮ ਕਰ ਦਿੱਤਾ ਭੌਰੇ ਨੂੰ, ਇਹ ਰੋਗ ਤੈਨੂੰ ਵੀ ਖਤਮ ਕਰ ਦੇਵੇਗਾ, ਤੇਰਾ ਵੀ ਇਹਦੇ ਵਿੱਚ ਬਰਬਾਦੀ ਹੋ ਸਕਦੀ ਹੈ। ਚੌਥਾ ਬਚਨ ਆ ਗਿਆ ਗੁਰਮੁਖੋ, ਪਤੰਗ ਨਾਮ ਪਤੰਗੇ ਦਾ ਹੈ। ਪਤੰਗਾ ਜਦੋਂ ਲਾਈਟ ਜਗਦੀ ਹੈ ਨਾ, ਤੇ ਉਹ ਭਮੱਕੜ ਜਿਹੜਾ ਹੈ ਚਾਰ ਸਫੇਰੇ ਉੱਡਦਾ ਹੈ ਲਾਈਟ ਤੇ, ਉਹਨੂੰ ਲਾਈਟ ਵੇਖਣੀ ਬੜੀ ਚੰਗੀ ਲੱਗਦੀ ਹੈ। ਉਹਨੂੰ ਇਹ ਅੱਖਾਂ ਦਾ ਵਕਾਰ ਹੈ ਵੀ ਮੈਂ ਅੱਖਾਂ ਦੇ ਨਾਲ ਜਗਦੀ ਹੋਈ ਰੌਸ਼ਨੀ ਨੂੰ ਵੇਖਾਂ, ਬਲਦੀ ਹੋਈ ਅੱਗ ਨੂੰ ਵੇਖਾਂ। ਤੇ ਵੇਖਦਿਆਂ ਵੇਖਦਿਆਂ, ਚੱਕਰ ਕੱਟਦਿਆਂ ਕੱਟਦਿਆਂ ਉਹ ਜਿਹੜਾ ਪਤੰਗਾ ਇੰਨਾ ਮਸਤ ਹੋ ਜਾਂਦਾ, ਜਾਂ ਤੇ ਬਲਬ ਦੇ ਨਾਲ ਲੱਗ ਜਾਂਦਾ, ਤੇ ਗਰਮ ਬਲਬ ਹੋਣ ਕਰਕੇ ਉਹਦੀ ਮੌਤ ਹੋ ਜਾਂਦੀ ਹੈ। ਜੇ ਅੱਗ ਬਲਦੀ ਹੈ ਤੇ ਅੱਗ ਦੇ ਵਿੱਚ ਆਪਣੇ ਆਪ ਨੂੰ ਪਾ ਕੇ ਸੜ ਜਾਂਦਾ, ਮਰ ਜਾਂਦਾ। ਪਾਤਸ਼ਾਹ ਕਹਿ ਰਹੇ ਨੇ ਰਵਿਦਾਸ ਜੀਆਂ ਦੇ ਮੁਖ ਤੋਂ, ਭਗਤਾਂ ਦੀ ਰਸਨਾ ਤੋਂ, ਕਹਿਣ ਲੱਗੇ ਵੇਖ ਪਤੰਗੇ ਨੂੰ ਵੇਖਣ ਦੀ ਇਹ ਬਿਮਾਰੀ ਲੱਗੀ ਹੋਈ ਸੀ, ਤੇ ਉਹਨੇ ਵੇਖਦਿਆਂ ਵੇਖਦਿਆਂ ਆਪਣਾ ਆਪ ਬਰਬਾਦ ਕਰ ਲਿਆ। ਤੇ ਬੰਦਿਆ ਵੇਖਣ ਦੀ ਬਿਮਾਰੀ ਤੇ ਤੈਨੂੰ ਵੀ ਅੱਖਾਂ ਦੇ ਨਾਲ ਲੱਗੀ ਹੋਈ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹਨਾਂ ਅੱਖਾਂ ਦੇ ਨਾਲ ਅਸੀਂ ਦੁਨੀਆ ਵੇਖ ਵੇਖ ਕੇ ਨਹੀਂ ਰੱਜੇ। ਇਹਨਾਂ ਅੱਖਾਂ ਦੇ ਨਾਲ ਦੂਜੇ ਦਾ ਰੂਪ ਤੱਕ ਕੇ ਨਹੀਂ ਰੱਜੇ। ਹਾਂ, ਕੋਈ ਸਾਡੇ ਸਾਹਮਣੇ ਤੋਂ ਲੰਘ ਜਾਵੇ ਤੇ ਅਸੀਂ ਮੁੜ ਕੇ ਫਿਰ ਪਿੱਛੇ ਉਹਦੇ ਵੱਲ ਵੇਖਦੇ ਹਾਂ ਵੀ ਹਾਲੇ ਅੱਖਾਂ ਨੂੰ ਰੱਜ ਨਹੀਂ ਆਇਆ, ਹਾਲੇ ਹੋਰ ਵੇਖਣਾ ਹੈ। ਪਾਤਸ਼ਾਹ ਕਹਿਣ ਲੱਗੇ ਫਿਰ ਵੇਖ, ਪਤੰਗੇ ਨੂੰ ਵੀ ਵੇਖਣ ਦੀ ਬਿਮਾਰੀ ਪਈ ਹੈ, ਤੇ ਉਹ ਵੀ ਨਸ਼ਟ ਹੋ ਗਿਆ। ਵੇਖਣ ਦੀ ਆਦਤ ਤੈਨੂੰ ਵੀ ਪਈ ਹੋਈ ਹੈ, ਨਵੀਆਂ ਨਵੀਆਂ ਜਗ੍ਹਾ ਤੇ ਜਾ ਕੇ ਨਵੇਂ ਨਵੇਂ ਸਰੀਰਾਂ ਨੂੰ ਵੇਖਦਾ ਹੈ, ਰੰਗ ਤਮਾਸ਼ਿਆਂ ਨੂੰ ਵੇਖਦਾ ਹੈ। ਇਹ ਰੰਗ ਤਮਾਸ਼ੇ ਜਿਹੜੇ ਤੇਰਾ ਨਾਸ ਕਰ ਦੇਣਗੇ, ਤੇਰਾ ਕਾਲ ਕਰ ਦੇਣਗੇ। ਤੇ ਗੁਰਮੁਖੋ ਪੰਜਵਾਂ ਬਚਨ ਜਿਹੜਾ ਹੈ ਨਾ ਇੱਥੇ, ਉਹ ਕੁੰਚਰ ਨਾਮ ਹਾਥੀ ਦਾ। 5 ਜੂਨਾਂ ਤੇ 5 ਜੂਨਾਂ ਨੂੰ ਇੱਕ ਇੱਕ ਰੋਗ ਲੱਗਾ ਹੋਇਆ। ਸੋ ਪੰਜਵਾਂ ਇੱਥੇ ਮਹਾਰਾਜ ਨੇ ਉਦਾਹਰਣ ਹਾਥੀ ਦੀ ਦਿੱਤੀ ਹੈ। ਹੁਣ ਵੇਖੋ, ਹਾਥੀ ਵਿੱਚ ਬਹੁਤ ਜ਼ਿਆਦਾ ਬਲ ਹੈ, ਹਾਥੀ ਨੂੰ ਪਕੜਿਆ ਨਹੀਂ ਜਾ ਸਕਦਾ, ਇੰਨੇ ਜ਼ੋਰ ਵਾਲਾ, ਇੰਨੀ ਤਾਕਤ ਵਾਲਾ ਹੈ। ਪਰ ਜਿਹੜੇ ਸ਼ਿਕਾਰੀ ਹਾਥੀ ਨੂੰ ਫੜਨ ਵਾਲੇ ਨੇ, ਉਹਨਾਂ ਨੇ ਬੜਾ ਸੋਹਣਾ ਇੱਕ ਤਰੀਕਾ ਲੱਭਿਆ ਹੋਇਆ ਹਾਥੀ ਨੂੰ ਗ੍ਰਿਫਤਾਰ ਕਰਨ ਦਾ। ਜੰਗਲ ਦੇ ਵਿੱਚ ਇੱਕ ਟੋਇਆ ਪੱਟ ਲੈਂਦੇ, ਜਿਹਦੇ ਵਿੱਚ ਹਾਥੀ ਡਿੱਗ ਸਕੇ। ਏਡਾ ਵੱਡਾ ਟੋਇਆ ਪੱਟ ਕੇ
ਉਹ ਟੋਏ ਦੇ ਉੱਪਰ ਕੁਝ ਕੱਖ ਕਾਨੇ ਰੱਖ ਦਿੱਤੇ, ਢੱਕ ਦਿੱਤਾ ਵੀ ਪਤਾ ਨਾ ਲੱਗੇ ਵੀ ਥੱਲੇ ਟੋਇਆ ਹੈ। ਉਹਦੇ ਉੱਪਰ ਇੱਕ ਕਾਗਜ਼ਾਂ ਦੀ ਨਕਲੀ ਜਿਹੜੀ ਹਿਰਣੀ ਹੈ, ਨਕਲੀ ਜਿਹੜੀ ਹੱਥਨੀ ਹੈ, ਉਹ ਬਣਾ ਕੇ ਰੱਖ ਦਿੱਤੀ ਜਾਂਦੀ ਹੈ। ਜਦੋਂ ਹਾਥੀ ਲੰਘਦਾ ਨਾ ਉਸ ਰਸਤੇ ਤੋਂ, ਉਸ ਨੂੰ ਜਾਪਦਾ ਵੀ ਹੱਥਨੀ ਖਲੋਤੀ ਹੋਈ ਹੈ। ਉਹਦੇ ਨਾਲ ਮਿਲਾਪ ਕਰਨ ਵਾਸਤੇ ਜਦੋਂ ਆਉਂਦਾ, ਡਿੱਗ ਪੈਂਦਾ ਟੋਏ ਦੇ ਵਿੱਚ। ਟੋਏ ਦੇ ਵਿੱਚ ਡਿੱਗਿਆ ਫਿਰ ਕਈ ਮਹੀਨੇ ਲੰਘ ਗਏ, ਭੁੱਖਾ ਤੇ ਪਿਆਸਾ ਰਿਹਾ। ਫਿਰ ਉੱਥੇ ਮਾਰ ਮਾਰ ਕੇ ਸਿਰ ਦੇ ਵਿੱਚ ਕੁੰਡੇ ਤੇ ਮੁਹਾਵਤ ਇਸ ਨੂੰ ਫਿਰ ਭਾਸ਼ਾ ਸਿਖਾਉਂਦੇ ਨੇ ਵੀ ਕਿਵੇਂ ਤੈਨੂੰ ਅਸੀਂ ਇਸ਼ਾਰਾ ਕਰਾਂਗੇ ਤੂੰ ਬੈਠਣਾ ਹੈ, ਤੈਨੂੰ ਇਸ਼ਾਰਾ ਕਰਾਂਗੇ ਫਿਰ ਤੂੰ ਉੱਠਣਾ ਹੈ, ਤੈਨੂੰ ਆਖਾਂਗੇ ਉਸ ਵੇਲੇ ਤੂੰ ਚੀਕ ਮਾਰਨੀ ਹੈ, ਕਿਵੇਂ ਤੂੰ ਪਿੱਛੇ ਨੂੰ ਜਾਣਾ ਹੈ। ਉਹ ਸਾਰੀ ਭਾਸ਼ਾ ਜਿਹੜੀ ਹੈ ਫਿਰ ਉੱਥੇ ਪਏ ਹੋਏ ਨੂੰ ਟੋਏ ਦੇ ਵਿੱਚ ਭੁੱਖੇ ਪਿਆਸੇ ਨੂੰ ਕੁੱਟ ਮਾਰ ਕੇ ਸਿਖਾਈ ਜਾਂਦੀ ਹੈ। ਏਡੇ ਵੱਡੇ ਬਲ ਵਾਲਾ ਹਾਥੀ ਜਿਹਦਾ ਜ਼ੋਰ ਬੰਦੇ ਨਾਲੋਂ ਕਈ ਗੁਣਾ ਜ਼ਿਆਦਾ ਹੈ, ਉਹ ਬੰਦੇ ਦਾ ਗੁਲਾਮ ਬਣ ਗਿਆ। ਆਪਾਂ ਵੇਖਦੇ ਆ ਨਾ ਪਿੰਡਾਂ ਸ਼ਹਿਰਾਂ ਵਿੱਚ ਮੁਹਾਵਤ ਹਾਥੀ ਲੈ ਕੇ ਆਉਂਦੇ, ਉਹ ਜਿਵੇਂ ਜਿਵੇਂ ਮੁਹਾਵਤ ਆਖਦੇ ਨੇ ਹਾਥੀ ਨੂੰ ਬੈਠਣਾ ਪੈਂਦਾ, ਉੱਠਣਾ ਪੈਂਦਾ, ਅੱਗੇ ਪਿੱਛੇ ਚੱਲਣਾ ਪੈਂਦਾ। ਜੋ ਕਹਿੰਦੇ ਚੀਕ ਮਾਰ ਤੇ ਹਾਥੀ ਨੂੰ ਚੀਕ ਵੀ ਮਾਰਨੀ ਪੈਂਦੀ ਹੈ। ਪਰ ਇਹ ਸਾਰਾ ਕੁਝ ਹਾਥੀ ਨੂੰ ਤਾਂ ਕਰਨਾ ਪਿਆ, ਗੁਲਾਮ ਉਹ ਤਾਂ ਬਣਿਆ ਕਿਉਂਕਿ ਉਸ ਨੂੰ ਵਕਾਰ ਕਾਮ ਦੀ ਇੱਕ ਲੱਗੀ ਹੋਈ ਹੈ, ਕਾਮ ਦਾ ਵਕਾਰ ਉਹਨੂੰ ਚਿੰਬੜਿਆ ਹੋਇਆ। ਇਹਦੇ ਕਰਕੇ ਸਾਰੀ ਜ਼ਿੰਦਗੀ ਗੁਲਾਮ ਬਣ ਕੇ ਕੱਟੇਗਾ। ਮਹਾਰਾਜ ਕਹਿਣ ਲੱਗੇ ਭਾਈ ਪਿਆਰਿਆ, ਉਹ ਵਕਾਰ ਦੀ ਬਿਰਤੀ ਤੇ ਤੈਨੂੰ ਵੀ ਲੱਗੀ ਹੋਈ ਹੈ, ਕਾਮ ਤੇ ਤੈਨੂੰ ਵੀ ਚੜਿਆ ਹੋਇਆ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹ ਤੇਰਾ ਸਰੀਰ ਜਿਹੜਾ ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨਾਲ ਭਰਿਆ ਹੋਇਆ ਹੈ, ਤੇ ਜਿੰਨਾ ਚਿਰ ਵਿਕਾਰ ਤੇਰੇ ਵਿੱਚ ਭਰੇ ਨੇ ਤੇਰੀ ਮੁਕਤੀ ਦਾ ਕੋਈ ਯਤਨ ਹੋ ਹੀ ਨਹੀਂ ਸਕਦਾ ਹੈ। ਸੋ ਪਾਤਸ਼ਾਹ ਕਹਿਣ ਲੱਗੇ ਹੇ ਕਾਮੰ ਨਰਕ ਵਿਸਰਾਮੰ ਵੋ ਜੋਨੀ ਪਰਮਾਵਨ। ਕਲਯੁਗ ਦੀ ਇੰਨੀ ਪ੍ਰਬਲਤਾ ਹੋ ਗਈ, ਇੰਨਾ ਬਲ ਹੋ ਗਿਆ ਗੁਰਮੁਖੋ ਕਿ ਇਸ ਕਲਯੁਗ ਨੇ ਨਾ ਤੇ ਉਮਰਾਂ ਦਾ ਕੋਈ ਹਿਸਾਬ ਕਿਤਾਬ ਛੱਡਿਆ, ਨਾ ਇਸ ਕਲਯੁਗ ਨੇ ਕੋਈ ਰਿਸ਼ਤੇਦਾਰੀ ਦਾ ਹਿਸਾਬ ਕਿਤਾਬ ਛੱਡਿਆ। ਨਵੀਆਂ ਤੋਂ ਨਵੀਆਂ ਗੱਲਾਂ ਸੁਣਨ ਵਾਸਤੇ ਪੜ੍ਹਨ ਵਾਸਤੇ ਅਸੀਂ ਵੇਖਦੇ ਹਾਂ ਆਉਂਦੀਆਂ ਨੇ। ਰਿਸ਼ਤੇ ਤਾਰੋ ਤਾਰ ਹੋ ਰਹੇ ਨੇ, ਰਿਸ਼ਤੇ ਬੇਸ਼ਰਮ ਹੋ ਰਹੇ ਨੇ, ਇਸੇ ਤਰ੍ਹਾਂ ਉਮਰਾਂ ਬੇਸ਼ਰਮ ਹੋ ਰਹੀਆਂ ਨੇ। ਐਸਾ ਇਹ ਕਾਮ ਦੀ ਮਸਤੀ ਵਿੱਚ ਮਸਤ ਹੋਇਆ ਵਿਅਕਤੀ ਵਿਕਾਰਾਂ ਨੂੰ ਭੋਗਦਾ ਪਿਆ ਹੈ, ਅਤੇ ਨਾ ਕੋਈ ਧਰਮ ਦੀ ਵਿਚਾਰ ਕਰਦਾ, ਨਾ ਇਹ ਜਾਤ ਦੀ ਵਿਚਾਰ ਕਰਦਾ ਹੈ। ਇਹ ਸਾਰੀਆਂ ਵਿਚਾਰਾਂ ਨੂੰ ਪਰੇ ਛੱਡ ਕੇ ਐਸਾ ਇਹ ਜਿਹੜਾ ਹੈ ਕਾਮ ਦੇ ਵਿੱਚ ਮਸਤ ਹੋ ਕੇ ਵਿਕਾਰਾਂ ਨੂੰ ਭੋਗਦਾ ਪਿਆ, ਫਿਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਵੇਖ ਕੁੰਚਰ ਹਾਥੀ ਨੂੰ ਇੱਕੋ ਹੀ ਰੋਗ ਲੱਗਾ ਹੋਇਆ, ਸਾਰੀ ਉਮਰ ਗੁਲਾਮ ਹੋ ਗਿਆ, ਪਰ ਬੰਦਿਆ ਤੈਨੂੰ ਪੰਜੇ ਹੀ ਲੱਗੇ ਹੋਏ ਨੇ। ਇੱਕ ਦੁੱਖ ਵਿਨਾਸ਼, ਇੱਕ ਦੁੱਖ ਕਰਕੇ, ਇੱਕ ਗਲਤੀ ਕਰਕੇ ਜਾਂ ਇੱਕ ਐਬ ਕਰਕੇ, ਇਹ ਜਿਹੜੇ ਪੰਜ ਜੂਨਾਂ ਨੇ ਪੰਜੇ ਹੀ ਨਾਸ ਹੋ ਗਈਆਂ। ਜਿਹੜਾ ਹਿਰਨ ਹੈ ਉਹਨੂੰ ਸੁਣਨ ਦਾ ਰੋਗ ਲੱਗਾ, ਮੱਛੀ ਨੂੰ ਖਾਣ ਦਾ ਰੋਗ ਲੱਗਾ, ਭੌਰੇ ਨੂੰ ਸੁੰਘਣ ਦਾ ਰੋਗ ਲੱਗਾ, ਪਤੰਗੇ ਨੂੰ ਵੇਖਣ ਦਾ ਰੋਗ ਲੱਗਾ, ਤੇ ਹਾਥੀ ਨੂੰ ਕਾਮ ਦਾ ਰੋਗ ਲੱਗਾ। ਇਹ ਪੰਜੇ ਜੂਨਾਂ ਜਿਹੜੀਆਂ ਨੇ ਇੱਕ ਇੱਕ ਰੋਗ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਨਾਸ ਹੋ ਗਈਆਂ, ਖਤਮ ਹੋ ਗਈਆਂ ਹਨ। ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਇਸ ਬੰਦੇ ਦੇ ਵਿੱਚ ਪੰਜੇ ਹੀ ਵਿਕਾਰ ਨੇ। ਬੰਦੇ ਦੇ ਵਿੱਚ ਸੁਣਨ ਦਾ ਵੀ ਇੱਕ ਵਿਕਾਰ ਲੱਗਾ ਹੋਇਆ, ਜਿਹੜਾ ਇਹ ਮਾੜੇ ਗੀਤਾਂ ਨੂੰ, ਮਾੜੇ ਸ਼ਬਦਾਂ ਨੂੰ, ਮਾੜੀਆਂ ਗਾਲਾਂ ਨੂੰ ਜਾਂ ਮਾੜੀਆਂ ਗੱਲਾਂ ਨੂੰ ਸੁਣਦਾ ਹੈ। ਗੁਰਮੁਖੋ ਜਿਹੜਾ ਕਾਮ ਹੈ ਨਾ, ਇਹ 8 ਤਰ੍ਹਾਂ ਦੇ ਨਾਲ ਭੋਗਿਆ ਜਾਂਦਾ ਹੈ। ਵਿਦਵਾਨਾਂ ਨੇ ਲਿਖਿਆ ਵੀ 8 ਤਰੀਕੇ ਨੇ ਕਾਮ ਨੂੰ ਭੋਗਣ ਵਾਸਤੇ, ਵਿਕਾਰ ਨੂੰ ਭੋਗਣ ਵਾਸਤੇ। ਇਹ ਜਿਹੜਾ ਕੰਨਾਂ ਦੇ ਨਾਲ ਅਸੀਂ ਮਾੜੀਆਂ ਗੱਲਾਂ ਸੁਣਦੇ ਵਿਕਾਰਾਂ ਵਾਲੀਆਂ, ਇਹ ਵੀ ਇੱਕ ਕਾਮ ਨੂੰ ਭੋਗਣ ਦਾ ਇੱਕ ਅੰਗ ਹੈ। ਸੋ ਪਾਤਸ਼ਾਹ ਕਹਿਣ ਲੱਗੇ ਇਹ ਬੰਦਿਆ ਤੇਰੇ ਵਿੱਚ ਇਹ ਵਿਕਾਰਾਂ ਦੀ ਬਿਰਤੀ ਲੱਗੀ ਹੋਈ ਹੈ, ਤੂੰ ਵਿਕਾਰੀ ਗੱਲਾਂ ਸੁਣਦਾ ਹੈ ਕੰਨਾਂ ਦੇ ਨਾਲ, ਤੇ ਫਿਰ ਤੇਰਾ ਬਚਾਅ ਕਿਵੇਂ ਹੋਵੇਗਾ? ਜਿਵੇਂ ਹਿਰਨ ਨੇ ਸੁਣਿਆ ਹੈ। ਦੂਜਾ ਬਚਨ, ਤੈਨੂੰ ਖਾਣ ਦਾ ਬੜਾ ਚਸਕਾ ਪਿਆ ਹੋਇਆ, ਮਾੜੇ ਚੰਗੇ ਝੂਠ ਮੀਠ ਪਦਾਰਥਾਂ ਨੂੰ ਖਾਂਦਾ, ਤੈਨੂੰ ਬਿਮਾਰੀ ਤੋਂ ਕੌਣ ਬਚਾਵੇਗਾ? ਤੈਨੂੰ ਸੁੰਘਣ ਦੀ ਸ਼ਕਤੀ ਲੱਗੀ ਹੋਈ ਹੈ, ਦੂਸਰੇ ਦਾ ਤਨ, ਦੂਸਰੇ ਦੀ ਵਸਤੂ ਵੇਖਣ ਦਾ ਤੈਨੂੰ ਲਾਲਚ ਪਿਆ ਹੋਇਆ, ਵਿਕਾਰੀ ਬਣਿਆ ਹੋਇਆ। ਪੰਜ ਦੋਖ ਅਸਾਧ, ਇਹ ਜਿਹੜੇ ਪੰਜ ਵਿਕਾਰ ਨੇ ਇਹ ਸਾਧੇ ਨਹੀਂ ਜਾ ਸਕਦੇ, ਬੜੇ ਬਲ ਵਾਲੇ, ਬੜੀ ਤਾਕਤ ਵਾਲੇ ਨੇ। ਤੇ ਜਿਸ ਬੰਦੇ ਵਿੱਚ ਇਹ ਪੰਜ ਵਿਕਾਰ ਆ ਗਏ, ਜਾਂ ਪੰਜਾਂ ਵਿੱਚੋਂ ਇੱਕ ਦੋ ਵਿਕਾਰ ਹੀ ਆ ਗਏ, ਤੇ ਤਾਂ ਕੀ ਕੇਤਕ ਆਸ। ਭਗਤ ਰਵਿਦਾਸ ਜੀ ਕਹਿੰਦੇ ਉਹਦੇ ਜਿਉਣ ਦੀ ਕਿੰਨੀ ਕੁ ਆਸਾ ਹੈ? ਉਹਦੀ ਤੇ ਕੋਈ ਆਸਾ ਨਹੀਂ ਹੈ।
ਜਿਵੇਂ ਇੱਕ ਰੁੱਖ ਦਰਿਆ ਦੇ ਕਿਨਾਰੇ ਖਲੋਤਾ ਹੋਇਆ, ਤੇ ਉਹ ਰੁੱਖ ਦੀ ਬਹੁਤੀ ਲੰਮੀ ਆਪਾਂ ਉਮਰਾਂ ਨਹੀਂ ਕਹਿ ਸਕਦੇ, ਕੋਈ ਪਤਾ ਨਹੀਂ ਕਦੋਂ ਪਾਣੀ ਚੜ੍ਹੇ ਮਿੱਟੀ ਖੁਰ ਜਾਵੇ ਤੇ ਰੁੱਖ ਡਿੱਗ ਜਾਏਗਾ। ਬੰਦਿਆ ਇਸੇ ਤਰ੍ਹਾਂ ਇਹ ਤੇਰਾ ਜੀਵਨ ਹੈ, ਜਦੋਂ ਪੰਜਾਂ ਵਕਾਰਾਂ ਦੇ ਵਿੱਚ ਆ ਗਿਆ ਤੇਰੇ ਹੁਣ ਜਿਉਣ ਦੀ ਕੋਈ ਬਹੁਤੀ ਲੰਮੀ ਆਸਾ ਨਹੀਂ। ਤੂੰ ਬਹੁਤਾ ਲੰਮਾ ਸਮਾਂ ਹੁਣ ਜਿਉਣ ਦੀ ਆਸ ਨਾ ਰੱਖ, ਤੂੰ ਛੇਤੀ ਖਤਮ ਹੋ ਜਾਣਾ। ਇਹਨਾਂ ਵਕਾਰਾਂ ਨੇ ਤੇ ਨਹੀਂ ਛੱਡਿਆ, ਨਾ ਹਿਰਨ ਨੂੰ, ਨਾ ਪਤੰਗੇ ਨੂੰ, ਨਾ ਭੌਰੇ ਨੂੰ, ਨਾ ਹਾਥੀ ਨੂੰ, ਇਹਨਾਂ ਨੇ ਤੈਨੂੰ ਵੀ ਨਹੀਂ ਛੱਡਣਾ ਹੈ। ਸਮਝ ਲਾ ਉਹਨਾਂ ਜੂਨਾਂ ਦੇ ਵੱਲ ਵੇਖ ਕੇ ਵੀ ਤੇਰੀ ਕੈਸੀ ਹਾਲਤ ਹੋਣੀ ਹੈ। ਇਹ ਬਚਨ ਬਖਸ਼ਿਸ਼ ਕਰਦੇ ਹਨ। ਮਾਧੋ ਅਵਿਦਿਆ ਹਿਤ ਕੀਨ। ਮਾਧੋ ਨਾਮ ਪਰਮਾਤਮਾ ਦਾ, ਕਿਉਂਕਿ ਜਿਹੜੇ ਜਿਹੜੇ ਉਹਨੇ ਕੰਮ ਕੀਤੇ ਨੇ ਉਹ ਕੰਮਾਂ ਤੋਂ ਉਹਦਾ ਨਾਮ ਪੈ ਗਿਆ। ਮਾਧੋ ਕਿਹਾ ਜਾਂਦਾ ਮਾਇਆ ਦੇ ਪਤੀ ਨੂੰ, ਕਿਉਂਕਿ ਮਾਇਆ ਉਹਨੇ ਬਣਾਈ ਹੈ ਨਾ, ਪਰਮਾਤਮਾ ਨੇ ਆਪ ਮਾਇਆ ਪੈਦਾ ਕੀਤੀ ਹੈ, ਉਹ ਮਾਇਆ ਦਾ ਪਤੀ ਹੈ, ਇਸ ਕਰਕੇ ਉਸ ਨੂੰ ਕਿਹਾ ਜਾਂਦਾ ਮਾਧੋ। ਭਗਤ ਰਵਿਦਾਸ ਜੀ ਕਹਿਣ ਲੱਗੇ ਮਾਧੋ ਪਰਮਾਤਮਾ ਅਵਿਦਿਆ ਹਿਤ ਕੀਨ। ਕਲਯੁਗ ਦੇ ਲੋਕ ਇਹੋ ਜਿਹੇ ਨੇ, ਇਹਨਾਂ ਨੇ ਵਿਦਿਆ ਦੇ ਵਿੱਚ ਆਪਣਾ ਅਗਿਆਨਤਾ ਦੇ ਵਿੱਚ ਇਹਨਾਂ ਨੇ ਮੋਹ ਪਾ ਲਿਆ ਹੈ। ਜੇ ਕੋਈ ਗਿਆਨ ਦੀ ਗੱਲ ਦੱਸੇ ਤੇ ਕਹਿੰਦੇ ਉਹ ਨਹੀਂ ਲੈਣੀ, ਚੰਗੀ ਨਹੀਂ ਲੱਗਦੀ ਹੈ, ਪਰ ਜੇ ਕੋਈ ਬੰਦਾ ਮਾੜੀ ਗੱਲ ਦੱਸੇ ਤੇ ਉਹ ਬੜੀ ਸੁਣਦਾ ਚੰਗੀ ਤਰ੍ਹਾਂ ਕੰਨ ਲਾ ਕੇ। ਕਹਿਣ ਲੱਗੇ ਅਵਿਦਿਆ, ਅਵਿਦਿਆ ਤੋਂ ਭਾਵ ਹੁੰਦਾ ਮੂਰਖਤਾਈ, ਜਾਂ ਆਪਾਂ ਕਹਿ ਲਈਏ ਅਗਿਆਨਤਾ, ਜਾਂ ਆਪਾਂ ਕਹਿ ਲਈਏ ਬੇਸਮਝੀ। ਕਹਿਣ ਲੱਗੇ ਹਿਤ ਕੀਨ, ਉਹਦੇ ਵਿੱਚ ਬੜਾ ਪ੍ਰੇਮ ਰੱਖਦਾ ਹੈ, ਮਾੜੀਆਂ ਗੱਲਾਂ ਦੇ ਵਿੱਚ ਬੜਾ ਇਸ ਨੇ ਪ੍ਰੇਮ ਪਾਇਆ, ਮਾੜੇ ਗਿਆਨ ਦੇ ਵਿੱਚ ਬੜਾ ਇਸ ਨੇ ਆਪਣੀ ਸੂਝ-ਬੂਝ ਨੂੰ ਰੱਖਿਆ ਹੋਇਆ। ਉਹਨਾਂ ਗਿਆਨ ਤੇ ਇਹਨੂੰ ਗੁਰੂ ਦਾ ਨਹੀਂ ਹੈ, ਉਹਨਾਂ ਗਿਆਨ ਤੇ ਇਹਨੂੰ ਪਰਮਾਤਮਾ ਦਾ ਨਹੀਂ ਹੈ, ਜਿੰਨਾ ਗਿਆਨ ਇਹਨੂੰ ਸੰਸਾਰ ਦੀਆਂ ਗੱਲਾਂ ਦੇ ਵਿੱਚ ਹੈ। ਸੋ ਆਪਾਂ ਵੇਖਦੇ ਹਾਂ ਨਾ, ਅੱਜ ਨੌਜਵਾਨ ਨੇ ਤੇ ਭਾਵੇਂ ਕੋਈ ਵੀ ਹੈ, ਉਹਨੂੰ ਪੁੱਛ ਲਓ ਕਿਸੇ ਕਲਾਕਾਰ ਦਾ ਨਾਮ ਝੱਟ ਹੀ ਦੱਸ ਦੇਵੇਗਾ, ਜਾਂ ਉਹਨੂੰ ਪੁੱਛ ਲਓ ਕੋਈ ਮਾੜੀ ਚੰਗੀ ਗੱਲ ਉਹ ਝੱਟ ਦੱਸ ਦੇਵੇਗਾ, ਪਰ ਪੁੱਛ ਲਓ ਕਿਸੇ ਸ਼ਹੀਦ ਦਾ ਨਾਮ, ਪੁੱਛ ਲਓ ਕਿਸੇ ਦੀ ਕੁਰਬਾਨੀ, ਦੱਸ ਨਹੀਂ ਪਾਏਗਾ। ਭਗਤ ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਮਾਧੋ ਅਵਿਦਿਆ ਹਿਤ ਕੀਨ, ਜਿਹਦੇ ਵਾਸਤੇ ਤੂੰ ਮੋਹ ਕਰਦਾ, ਜਿਹਦੇ ਵਾਸਤੇ ਪ੍ਰੇਮ ਕਰਦਾ, ਤੇ ਗਿਆਨ ਵੀ ਤੇ ਤੈਨੂੰ ਉਹੀ ਮਿਲਣਾ ਹੈ। ਜਿਹੋ ਜੀ ਤੇਰੀ ਬਿਰਤੀ ਹੈ, ਜਿਹੋ ਜੀ ਸੋਚ ਹੈ, ਗਿਆਨ ਵੀ ਬੰਦਾ ਉਹੋ ਜਿਹਾ ਇਕੱਠਾ ਕਰਦਾ ਹੈ। ਸੋ ਤਾਂ ਹੀ ਬਚਨ ਆਪਾਂ ਪੜ੍ਹਦੇ ਹਾਂ ਨਾ ਕਿ ਮਨ ਪੰਖੀ ਭਇਆ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਸੋ ਗੁਰਮੁਖੋ ਇਹ ਜਿਹੜਾ ਮਨ ਹੈ ਨਾ ਸਾਡਾ, ਇਹ ਪੰਛੀ ਵਰਗਾ ਹੈ, ਜਿਹੋ ਜੀ ਸੰਗਤ ਮਿਲਦੀ ਹੈ ਉਹੋ ਜਿਹਾ ਗਿਆਨ ਮਿਲਦਾ ਹੈ। ਜਦੋਂ ਅਸੀਂ ਸੰਗਤ ਹੀ ਮਾੜੇ ਬੰਦਿਆਂ ਦੀ ਕਰਨੀ ਹੈ, ਗਾਲਾਂ ਕੱਢਣ ਵਾਲਿਆਂ ਦੀ, ਮਾੜਾ ਬੋਲਣ ਵਾਲਿਆਂ ਦੀ, ਮਾੜੀਆਂ ਗੱਲਾਂ ਕਰਨ ਵਾਲਿਆਂ ਦੀ, ਤੇ ਫਿਰ ਗਿਆਨ ਵੀ ਤੇ ਸਾਨੂੰ ਉਹੋ ਜਿਹਾ ਹੀ ਪ੍ਰਾਪਤ ਹੋਣਾ ਹੈ। ਜਿਹੋ ਜਿਹਾ ਗਿਆਨ ਲਵਾਂਗੇ ਉਹੋ ਜਿਹਾ ਹੀ ਮਿਲਦਾ ਹੈ। ਕਹਿਣ ਲੱਗੇ ਮਾਧੋ ਅਵਿਦਿਆ ਹਿਤ ਕੀਨ, ਇਹ ਜਿਹੜੇ ਕਲਯੁਗ ਦੇ ਲੋਕ ਨੇ ਨਾ ਭਾਈ, ਇਹਨਾਂ ਨੇ ਅਗਿਆਨਤਾ ਦੇ ਵਿੱਚ ਹੀ ਪ੍ਰੇਮ ਪਾਇਆ। ਇਹਨਾਂ ਨੂੰ ਅਗਿਆਨ ਚਾਹੀਦਾ, ਗਿਆਨ ਨਹੀਂ ਬਿਲਕੁਲ ਚਾਹੀਦਾ। ਗਿਆਨ ਨੂੰ ਚੰਗਾ ਨਹੀਂ ਸਮਝਦੇ, ਮਨਮੁਖਤਾਈ ਨੂੰ ਚੰਗਾ ਸਮਝਦੇ ਹਨ। ਵਿਵੇਕ ਦੀਪ ਮਲੀਨ। ਬਿਬ ਏਕ, ਬਿਬ ਨਾਮ ਗੁਰਮੁਖੋ ਦੋ ਦਾ ਹੈ। ਦੋ ਕੀ ਹੈ? ਦਵੈਤ, ਜੀਵ ਤੇ ਈਸ਼। ਸੋ ਇਸ ਨੂੰ ਹੋਣਾ ਸੀ ਇੱਕ, ਦੋਵਾਂ ਤੋਂ ਇੱਕ ਬੰਨਾ ਸੀਗਾ, ਪਰ ਉਹ ਜਿਹੜਾ ਦੋਵਾਂ ਤੋਂ ਇੱਕ ਬਣਨ ਵਾਲਾ ਗਿਆਨ ਦਾ ਦੀਵਾ, ਉਹ ਤੇ ਇਹਨੇ ਮੈਲਾ ਕਰ ਲਿਆ ਹੈ। ਜਿਹੜੀ ਗਿਆਨ ਦੀ ਰੋਸ਼ਨੀ ਮਿਲਣੀ ਸੀ ਨਾ ਗੁਰੂ ਦੇ ਕੋਲੋਂ, ਦੋਵਾਂ ਤੋਂ ਇੱਕ ਹੋਣ ਦੀ, ਜਿਵੇਂ ਇਹ ਆਪਾਂ ਮਨੁੱਖਾਂ ਤੇ ਪਰਮਾਤਮਾ ਦੋ ਆ ਨਾ ਵੱਖੋ ਵੱਖਰੇ, ਸਾਡਾ ਸਰੀਰ ਵੱਖਰਾ, ਪਰਮਾਤਮਾ ਸਾਨੂੰ ਦਿਸਿਆ ਨਹੀਂ। ਸਾਨੂੰ ਚਾਹੀਦਾ ਸੀ ਵੀ ਇਹ ਸਰੀਰ ਦੇ ਵਿੱਚ ਬੰਦਗੀ ਕਰਕੇ ਤੇ ਅਸੀਂ ਇਹ ਤਨ ਕਰਕੇ ਰੱਬ ਦੇ ਨਾਲ ਮਿਲ ਜਾਂਦੇ, ਪਰ ਨਹੀਂ ਮਿਲੇ। ਅਵਿਦਿਆ ਹਿਤ ਵਿਵੇਕ ਦੀਪ ਮਲੀਨ, ਜਿਹੜਾ ਗਿਆਨ ਦਾ ਦੀਵਾ ਸੀ ਨਾ ਰੱਬ ਨੂੰ ਮਿਲਣ ਦਾ, ਉਹ ਤੇ ਅਸੀਂ ਮੈਲਾ ਕਰ ਲਿਆ, ਧੁੰਦਲਾ ਕਰ ਲਿਆ, ਗਿਆਨ ਦੇ ਦੀਵੇ ਨੂੰ ਨਹੀਂ ਅਪਣਾਇਆ ਹੈ। ਇਸ ਕਰਕੇ ਅਸੀਂ ਦੋਵਾਂ ਤੋਂ ਇੱਕ ਨਹੀਂ ਹੋਏ, ਦੋਵਾਂ ਦੇ ਦੋ ਹੀ ਰਹਿ ਗਏ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਜਿਵੇਂ ਦੇ ਦੁਨੀਆ ਵਿੱਚ ਆਏ ਸਾਂ ਉਵੇਂ ਦੇ ਰਹਿ ਗਏ, ਪ੍ਰਾਪਤੀ ਕੋਈ ਨਹੀਂ ਹੈ ਹੋਈ ਹੈ। ਐਸੀ ਇਹਨਾਂ ਦੀ ਹਾਲਤ ਬਣੀ ਹੋਈ ਹੈ। ਰਹਾਉ ਤ੍ਰਿਗਤ ਜੋਨ ਚੇਤ ਸੰਭਵ ਪੁੰਨ ਪਾਪ ਅਸੋਚ। ਸੋ ਕਹਿਣ ਲੱਗੇ ਜਿਹੜਾ ਬੰਦਾ ਹੈ ਨਾ ਆਪਣੇ ਕਰਮਾਂ ਕਰਕੇ ਤ੍ਰਿਗਤ ਜੂਨ ਵਿੱਚ ਜਾਂਦਾ ਹੈ। ਤ੍ਰਿਗਤ ਜੂਨ ਉਹਨੂੰ ਕਿਹਾ ਜਾਂਦਾ ਹੈ ਜਿਹੜੇ ਢਿੱਡ ਦੇ ਪਰਨੇ, ਪੇਟ ਦੇ ਪਰਨੇ ਚੱਲਦੇ ਨੇ, ਜਿਵੇਂ ਸੱਪ ਜਿਹੜਾ ਪੇਟ ਪਰਨੇ ਚੱਲਦਾ, ਜਾਂ ਕਿਰਲੀ ਜਿਹੜੀ ਹੈ ਆਪਣੇ ਪੇਟ ਦੇ ਉੱਪਰ ਭਾਰ ਪਾ ਕੇ ਫਿਰ ਚੱਲਦੀ ਹੈ, ਬਿੱਛੂ ਇਤਿਆਦਿਕ, ਇਹਨਾਂ ਨੂੰ ਤ੍ਰਿਗਤ ਜੂਨ ਕਿਹਾ ਜਾਂਦਾ ਹੈ। ਧਰਤੀ ਤੇ ਰਿਗ ਦੇ ਕੇ ਚੱਲਣ ਵਾਲੀਆਂ,
धरती ते घसर घसर के चलन वालियां जूना। सो कहन लगे त्रिगत जोन सप बन गया, बिच्छू बन गया, किरली बन गया, ये जड़ियां जूना ने। पर इन्हां जूना नूं अचेत संभव, इन्हां विच अचेत कहिए अज्ञानता ही है। उन्हां नूं ते पता ही नहीं, ना सप नूं पता ज्ञान दा, ना बिच्छू नूं पता। वो ते अज्ञानता दे वस इन्हां जूना विच हन। पुन्न पाप असोच। हुण सप नूं की पता भी पुन्न की हुंदा, बिच्छू नूं नहीं पता पुन्न की हुंदा, पाप की हुंदा, उन्होंने पता ही नहीं। वो तो जूना ही इहो जिहियां त्रिगद ने। पर बंदे नूं ते पता है ना भी पाप की हुंदा, पुन्न की हुंदा। ते जे बंदा भी उहो जी बिरती रखे सप वाली भी दूजियां नूं डांगी मारना हर वेले, बंदा भी बिरती रखे बिच्छू वाली भी जहर ही मूँहों कढ़ना हर वेले, ते फिर बंदे दा ते बिच्छू दा फर्क ते कोई ना होया, बंदे दा सप दा फर्क कोई ना होया। महाराज कह रहे हैं, कहते भाई वो जूना ते पाप करके कोई सप बन गया, कोई किरली बन गया, पर उन्होंने समझ उत्थे ओहो जी है, ना उन्होंने पता पाप की है, ना उन्होंने पता पुण्य की है। पर बंदिया तैनू तो पता है ना भी पाप की ते पुण्य की है। पर जे तू भी उन्होंने वाले कर्म करेंगा, दूजिया नूं हर वेले डंग मारन दा, दुख देण दा, बोली कबोली बोलन दा, ताना मिहना देण दा, दूजे दे राह दे विच मुश्किलां पैदा करन दा, ते फिर तेरे विच ते सप दे विच जां तेरे विच ते उस बिच्छू दे विच फर्क कोई ना होया। फिर ते तू वही रूप हो गया। ऐसी तेरी हालत बनी हुई है। मनुखा अवतार दुर्लभ तेही संगत पोच। मनुखा अवतार है ना बड़ा दुर्लभ है भाई। ये मनुखा जन्म एवं नहीं जे मिलता। सतगुरु पातशाह ने लिखिया, कहन लगे भाई प्राप्त मानुख दे हुरिया, गोबिंद मिलन की ये तेरी बरिया। ये मनुखा जन्म जे असी कहीए ना भी असी अपनी ताकत दे नाल लै लिया, ताकत नाल कोई नहीं जे मिलिया। जां असी ये गल कह दईए भी 84 लाख जूना भुगत के ते फिर सानू मनुखा जन्म वारी वारी मिलिया, नहीं इस तरह भी नहीं जे मिलता। ये भरम है साडे मन दा। कोई पता नहीं एक जन्म दे विच किन्ने किन्ने जन्म लैने पैण, एक जून दे विच किन्नी किन्नी वार आउणा पवे, उस गल दा कोई गिणती मिणती नहीं है। ये मनुखा जन्म ते परमात्मा दी मेहर हो जावे, तरस हो जावे तां प्राप्त हुंदा जिहड़ा सानू मिलिया होया। पर सानू कदर नहीं ना, क्योंकि कदर हीरे दी हुंदी है जौहरी नूं, ते जिहड़ा जौहरी नहीं उहदे भाਅ दा ते हीरा भी एक कच दा टुकड़ा ही है। इसे तरह महात्मा महापुरखों को इस मनुखा जन्म की कदर है, तां ही वो बंदगी करते दिने रात। सानू नहीं कदर, असी तो एवं ही समझिया होया। महाराज जी कह रहे हैं, कहते मनुखा अवतार दुर्लभ। ये मनुखा अवतार जिहड़ा शरीर मिलिया बड़ा ही दुर्लभ है गुरमुखा। ये नहीं दोबारा दोबारा तैनू प्राप्त होना। दुर्लभ वस्तु वो कही जाती है जिहड़ी माया दे के खरीदी ना जाती होवे। सीधा समझण वास्ते बचन है। तुसी दुकान ते जाओगे, तुहानू खंड चाह दालां सब्जियां भाजियां लूण मिर्च मसाले बड़े मिल जाणगे। माया दित्ती ते खरीद लिया, उन्होंने दुर्लभ नहीं कहा जाता। पर मनुखा जन्म इहो जिहा जिन्नी मर्जी माया कोल होवे, इसनूं खरीदिया नहीं जा सकता। वड्डे वड्डे शाहूकार, वड्डे वड्डे राजे महाराजे जिन्हां कोल बड़े हीरे मोती चांदी सोना इकट्ठा होया, पुत्र तो वह भी माया दे के मुल नहीं खरीद सकते, क्योंकि ये शरीर मुल मिलता ही नहीं है। मिलता होवे तो शाहूकारां दे घरां विच बड़े लड़के पैदा होण, राजियां दे घर विच होण। पर वेखिया ना कई कई राजे विचारे बिना संतान तो मर गए, कई कई शाहूकारां नूं मिलिया ही नहीं है। पातशाह कहन लगे जिहड़ा मनुखा अवतार शरीर है ये दुर्लभ है, माया दित्तियां भी नहीं मिलता। सो इस तरह तिही संगत पोच, ये जिहड़ी विकारां दी संगत है ना, परमात्मा मैनू इन्हां दे वल्लों पोच बचा लेना कर, विकारां दी संगत तो मैनू रख लै। ये मनुखा जन्म दुर्लभ है, ते बंदिया तू भी ये विकारां दी संगत तो बचना कर। जी जंत जहाँ जहाँ लग कर्म के बस जाए। जिहड़े जीव जंत ने, जीव जंत तो भाव हुंदा छोटे आदमी ते वड्डे आदमी। जिस तरह कोई छोटी जात, कोई वड्डी जात, कोई छोटा शरीर, कोई वड्डा शरीर, कोई गरीब बंदा, कोई अमीर बंदा, ये जिहड़े जीव जंत ने छोटे वड्डे शरीर हन। पातशाह कहन लगे जहाँ जहाँ लग कर्म, जिहो जिहा कर्म कीते ओहो जी धरती मिल गई, जिहो जिहा कर्म कीता ओहो जिहा शरीर मिल गया, जिहो जिहा कर्म कीता ओहो जिहा ही तैनूं प्राप्त होया। जीव जंत जहाँ जहाँ लग, जिथों तक के जीव जंतु पहुँचे हुए ने, कर्म के बस जाहे, ये कर्म दे बधे हुए ने।
ਉੱਥੇ ਜਾ ਕੇ ਫਿਰ ਉਹੋ ਜਿਹੇ ਕਰਮਾਂ ਨੂੰ ਕਰਦੇ ਨੇ। ਇਹ ਜੀਵ ਪ੍ਰਮਾਤਮਾ ਦੇ ਹੁਕਮ ਦਾ ਬੱਧਾ ਹੋਇਆ ਹੈ। ਕਾਲ ਫਾਸ ਅਬਦ ਲਾਗੇ ਕਛ ਨਾ ਚੱਲੈ ਉਪਾਏ। ਭਗਤ ਰਵਿਦਾਸ ਜੀ ਕਹਿਣ ਲੱਗੇ, ਗੁਰਮੁਖਾ ਕਾਲ ਦੀ ਫਾਸੀ ਜਿਹੜੀ ਹੈ ਨਾ, ਇਹਨੂੰ ਕੱਟਿਆ ਨਹੀਂ ਹੋ ਜਾ ਸਕਦਾ। ਜੇ ਤੂੰ ਆਖੇ ਨਾ ਵੀ ਮੈਂ ਕਾਲ ਦੀ ਫਾਈ ਨੂੰ ਕੱਟ ਦਿਆਂਗਾ, ਨਹੀਂ ਕੱਟਿਆ ਜਾ ਸਕਦਾ, ਕਿਉਂਕਿ ਉਹ ਏਡੀ ਸਮਰੱਥ ਹੈ, ਇੰਨੀ ਤਾਕਤ ਵਾਲੀ ਹੈ, ਇੰਨੀ ਮਜ਼ਬੂਤ ਹੈ ਕਿ ਬੰਦਿਆ ਕਾਲ ਦੀ ਫਾਈ ਜੇ ਕੱਟੀ ਜਾਂਦੀ ਹੁੰਦੀ ਨਾ, ਤੇ ਰਾਵਣ ਦੇ ਕੋਲ ਬੜਾ ਬਲ ਸੀਗਾ, ਰਾਵਣ ਨੇ ਕੱਟ ਦੇਣੀ ਸੀ ਕਾਲ ਦੀ ਫਾਈ, ਉਹਨੂੰ ਦੁਨੀਆ ਤੋਂ ਲਿਜਾ ਕੋਈ ਨਹੀਂ ਸੀ ਸਕਦਾ, ਪਰ ਕਾਲ ਦੀ ਫਾਈ ਨੂੰ ਰਾਵਣ ਨਹੀਂ ਉਹ ਕੱਟ ਸਕਿਆ। ਦੁਨੀਆ ਵਿੱਚ ਸੁਣਿਆ ਵੀ ਹਰਨਾਕਸ਼ ਬੜੇ ਬਲ ਵਾਲਾ ਸੀਗਾ, ਪਰ ਉਹ ਵੀ ਕਾਲ ਦੀ ਫਾਈ ਨੂੰ ਕੱਟ ਨਹੀਂ ਹੋ ਸਕਿਆ। ਕਾਲ ਫਾਸ ਅਬਦ ਲਾਗੇ, ਇਹ ਕਾਲ ਦੀ ਫਾਈ ਕੱਟੀ ਨਹੀਂ ਜਾਂਦੀ। ਦੇਵਤਿਆਂ ਦੇ ਗਲ ਵਿੱਚ ਪਈ ਹੋਈ ਹੈ, ਮਨੁੱਖਾਂ ਦੇ ਗਲ ਵਿੱਚ ਪਈ ਹੋਈ ਹੈ। ਜਦੋਂ ਉਹਨਾਂ ਨੇ ਫਾਈ ਪਾਈ ਤੇ ਛੁੱਟਿਆ ਨਹੀਂ ਤੇਰੇ ਕੋਲੋਂ ਜਾਣਾ। ਕਛ ਨਾ ਚੱਲੈ ਉਪਾਏ, ਤੇਰਾ ਉਪਾਅ ਚੱਲਣਾ ਹੀ ਕੋਈ ਨਹੀਂ, ਯਤਨ ਕੋਈ ਨਹੀਂ ਚੱਲਣਾ ਜਮਾਂ ਦੀ ਫਾਈ ਤੋਂ ਬਚਣ ਦਾ। ਇਸ ਕਰਕੇ ਨਾਮ ਜਪਣਾ ਕਰ। ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ। ਰਵਿਦਾਸ ਜੀਆਂ ਦਾ ਇਹ ਸ਼ਬਦ ਹੈ। ਗੁਰੂ ਅਰਜਨ ਸਾਹਿਬ ਜੀ ਉਹਨਾਂ ਦਾ ਨਾਮ ਲਿਖ ਕੇ ਉਹਨਾਂ ਨੂੰ ਸਿਰੋਂ ਪਾਓ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਰਵਿਦਾਸ ਭਗਤ ਜੀ ਕਹਿੰਦੇ, ਪਰਮਾਤਮਾ ਮੈਂ ਤੇਰੇ ਚਰਨਾਂ ਦਾ ਉਦਾਸ ਹਾਂ, ਸੇਵਕ ਹਾਂ। ਮੈਂ ਸੰਸਾਰ ਵੱਲੋਂ ਉਦਾਸ ਹੋ ਗਿਆ, ਸੰਸਾਰ ਵੱਲੋਂ ਉਪਰਾਮ ਹੋ ਗਿਆ। ਮੈਨੂੰ ਪਤਾ ਲੱਗ ਗਿਆ ਵੀ ਇਸ ਸੰਸਾਰ ਵਿੱਚੋਂ ਨਾਲ ਕੁਝ ਨਹੀਂ ਜਾਣਾ ਹੈ, ਜਾਂ ਸੰਸਾਰ ਦੇ ਲੋਕਾਂ ਨੇ ਨਾਲ ਨਹੀਂ ਨਿਭਣਾ। ਇਸ ਕਰਕੇ ਮੈਂ ਸੰਸਾਰ ਦਾ ਝੰਜਟ ਹੀ ਛੱਡ ਦਿੱਤਾ, ਇਹਦੇ ਵੱਲੋਂ ਮੈਂ ਉਦਾਸ ਹੋ ਗਿਆ। ਤਜ ਭ੍ਰਮ, ਮੇਰੇ ਤੇ ਕਿਰਪਾ ਕਰੋ, ਭ੍ਰਮ ਛੁੱਟ ਜਾਏ। ਅਤੇ ਤਪਨ ਤਪ ਗੁਰ ਗਿਆਨ, ਗੁਰੂ ਦਾ ਜਿਹੜਾ ਗਿਆਨ ਹੈ ਨਾ ਗੁਰਮੁਖੋ, ਇਹ ਤਪਾਂ ਤੋਂ ਵੀ ਵੱਡਾ ਤਾਪ ਹੈ। ਜਿਹੜਾ ਗਿਆਨ ਸਾਨੂੰ ਅੱਜ ਗੁਰੂ ਦਿੰਦੇ ਪਏ ਨੇ ਨਾ, ਅਸੀਂ ਬੈਠ ਕੇ ਸੰਗਤ ਵਿੱਚ ਗੁਰੂ ਦਾ ਸ਼ਬਦ ਸੁਣਦੇ ਪਏ ਹਾਂ, ਇਹ ਗੁਰੂ ਦਾ ਸ਼ਬਦ ਗਿਆਨ ਜਿਹੜਾ ਨਾ, ਵੱਡੇ ਵੱਡੇ ਰਿਸ਼ੀਆਂ ਨੇ ਤਪ ਕਰਨ ਤੋਂ ਮਗਰੋਂ ਵੀ ਇਹ ਗਿਆਨ ਨਹੀਂ ਉਹਨਾਂ ਨੂੰ ਮਿਲਿਆ। ਵੱਡੇ ਵੱਡੇ ਮੁਨੀਆਂ ਨੇ ਬੜੀ ਬੜੀ ਤਪੱਸਿਆ ਕਰ ਛੱਡੀ ਹੈ। ਰੁੱਖਾਂ ਦੇ ਨਾਲ ਪੁੱਠੇ ਲਟਕਦੇ ਰਹੇ, ਗੁਫਾਵਾਂ ਦੇ ਵਿੱਚ ਬੈਠੇ ਰਹੇ, ਬਰਫਾਂ ਦੇ ਵਿੱਚ ਬੈਠੇ ਰਹੇ। ਇਹ ਗਿਆਨ ਤੇ ਉਹ ਵੀ ਨਹੀਂ ਪ੍ਰਾਪਤ ਕਰ ਸਕੇ ਜਿਹੜਾ ਗਿਆਨ ਅੱਜ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਬੜਾ ਸੌਖਾ ਪ੍ਰਾਪਤ ਹੁੰਦਾ ਪਿਆ। ਕਹਿਣ ਲੱਗੇ, ਭਾਈ ਗੁਰੂ ਦਾ ਗਿਆਨ ਤੇ ਤਪਾਂ ਤੋਂ ਵੀ ਵੱਡਾ ਤਪ ਹੈ, ਜਿਸ ਗਿਆਨ ਨੂੰ ਪ੍ਰਾਪਤ ਕਰਕੇ ਮੁਕਤੀ ਮਿਲਦੀ ਹੈ। ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਧਾਨ। ਇੱਥੇ ਬਚਨ ਕਰਦੇ, ਭਗਤ ਜਨ ਭੈ ਹਰਨ, ਪਰਮਾਤਮਾ ਭਗਤਾਂ ਦੇ ਡਰਾਂ ਨੂੰ ਆਪ ਦੀ ਨਾਸ ਕਰਨ ਵਾਲੇ ਹੋ। ਕਿਉਂਕਿ ਭਗਤ ਜਿਹੜੇ ਨੇ ਡਰਦੇ ਨਹੀਂ ਨਾ, ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ ਨੇੜੇ। ਸਾਨੂੰ ਸੰਸਾਰੀ ਲੋਕਾਂ ਨੂੰ ਜਮਾਂ ਦਾ ਬੜਾ ਡਰ ਹੋਵੇਗਾ, ਪਰ ਭਗਤਾਂ ਨੂੰ ਬਿਲਕੁਲ ਕੋਈ ਡਰ ਨਹੀਂ ਹੈ, ਕਿਉਂਕਿ ਭਗਤਾਂ ਦਾ ਡਰ ਪਰਮਾਤਮਾ ਨੇ ਖਤਮ ਕਰ ਦਿੱਤਾ ਹੈ। ਸੋ ਪਾਤਸ਼ਾਹ ਜੀ ਬਚਨ ਕਰਦੇ, ਕਹਿਣ ਲੱਗੇ ਕਿ ਭਗਤ ਜਨ ਭੈ ਹਰਨ, ਪਰਮਾਤਮਾ ਭਗਤਾਂ ਦੇ ਡਰਾਂ ਨੂੰ ਖਤਮ ਕਰ ਦਿੰਦਾ ਹੈ। ਇਹੋ ਜਿਹਾ ਉਹ ਪਰਮਾਨੰਦ ਪਰਮੇਸ਼ਰ ਹੈ। ਕਰੋ ਨਿਦਾਨ, ਮੇਰੇ ਤੇ ਵੀ ਕਿਰਪਾ ਕਰੋ, ਮੇਰੇ ਤੇ ਵੀ ਬਖਸ਼ਿਸ਼ ਕਰੋ, ਮੇਰੀ ਵੀ ਉਹ ਫਾਈ ਕੱਟ ਦਿਓ ਜਿਹੜੀ ਡਰ ਦੇਣ ਵਾਲੀ ਹੈ ਜਮਾਂ ਦੀ, ਐਸੀ ਬਖਸ਼ਿਸ਼ ਕਰੋ। ਨਿਦਾਨ ਕਹੀਏ ਕਿ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ, ਮੈਂ ਬਿਲਕੁਲ ਨਿਦਾਨ ਇੱਕ ਬੱਚਾ ਹਾਂ, ਆਪ ਜੀ ਦੀ ਸ਼ਰਨ ਵਿੱਚ ਆਇਆ, ਮੇਰੇ ਤੇ ਕਿਰਪਾ ਕਰੋ, ਮੈਨੂੰ ਬਚਾ ਲੈਣਾ ਕਰੋ, ਇਹ ਮੇਰੇ ਤੇ ਤਰਸ ਕਰਨਾ ਕਰੋ। ਐਸਾ ਇਹ ਜਿਹੜਾ ਸ਼ਬਦ ਹੈ ਭਗਤ ਰਵਿਦਾਸ ਜੀਆਂ ਨੇ ਸਾਨੂੰ ਮੁਕਤ ਕਰਨ ਵਾਸਤੇ, ਸਾਨੂੰ ਗਿਆਨ ਦੇਣ ਵਾਸਤੇ ਬਖਸ਼ਿਸ਼ ਕੀਤਾ ਹੈ ਕਿ ਬੰਦਿਆ ਪੰਜ ਜੂਨਾਂ ਵੇਖ, ਮੱਛੀ ਹੈ, ਹਿਰਣੀ ਹੈ, ਇਸੇ ਤਰ੍ਹਾਂ ਭੌਰਾ ਹੈ, ਅਤੇ ਫਿਰ ਪਤੰਗਾ ਹੈ, ਤੇ ਫਿਰ ਹਾਥੀ ਹੈ। ਇਹ ਪੰਜ ਜੂਨਾਂ ਇੱਕ ਇੱਕ ਗਲਤੀ ਕਰਕੇ, ਇੱਕ ਇੱਕ ਐਬ ਕਰਕੇ, ਗੁਨਾਹ ਕਰਕੇ ਨਾਸ ਹੋ ਗਈਆਂ, ਮਾੜੇ ਗੁਣ ਕਰਕੇ। ਪਰ ਬੰਦਿਆ ਤੇਰੇ ਵਿੱਚ ਤੇ ਪੰਜੇ ਹੀ ਗੁਨਾਹ ਇਕੱਠੇ ਕੀਤੇ ਹੋਏ, ਫਿਰ ਤੇਰੀ ਬਚਣ ਦੀ ਕਿੰਨੀ ਕੁ ਆਸ ਹੈ। ਜੇ ਬਚਣਾ ਹੈ ਤੇ ਫਿਰ ਗੁਰੂ ਦੀ ਸ਼ਰਨ ਵਿੱਚ ਆ ਜਾ, ਕਿਉਂਕਿ ਇਹ ਜਿਹੜੀਆਂ ਜੂਨਾਂ ਦਾ ਕਥਨ ਕੀਤਾ ਇਹ ਵਿਚਾਰੀਆਂ ਗੁਰੂ ਦੀ ਸ਼ਰਨ ਵਿੱਚ ਨਹੀਂ ਨਾ ਜਾ ਸਕਦੀਆਂ, ਇਹਨਾਂ ਨੂੰ ਕੋਈ ਗਿਆਨ ਨਹੀਂ ਦੇ ਸਕਦਾ, ਪਰ ਬੰਦੇ ਨੂੰ ਤੇ ਗਿਆਨ ਗੁਰੂ ਬਖਸ਼ਿਸ਼ ਕਰਦਾ ਹੈ। ਇੱਥੇ ਗੁਰੂ ਬਚਾ ਲੈਂਦਾ ਹੈ, ਗੁਰੂ ਦੀ ਸ਼ਰਨ ਵਿੱਚ ਆ, ਤੇਰਾ ਭਲਾ ਹੋ ਜਾਏਗਾ। ਇਹ ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ, ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਰਵਿਦਾਸ ਦਾਸ ਉਦਾਸ ਤਜ ਭ੍ਰਮ
ਤਪਨ ਤਪ ਗੁਰ ਗਿਆਨ ਭਗਤ ਜਨ